सत श्री अकाल बच्चों। तो चलो पढ़ाई शुरू करिए। ਅੱਜ ਆਪਾਂ ਪਾਠ 6 ਆਪਣੀ ਪਾਠ ਪੁਸਤਕ ਨਿੱਕੇ ਨਿੱਕੇ ਖੰਭ ਵਿੱਚੋਂ ਪੜਾਂਗੇ, ਜਿਸ ਵਿੱਚ ਸੁਨੀਤਾ ਵਿਲੀਅਮਸ ਦੇ ਬਾਰੇ ਦੱਸਿਆ ਗਿਆ ਹੈ। ਜਾਣਦੇ ਹੋ ਸੁਨੀਤਾ ਵਿਲੀਅਮਸ ਕੌਣ ਸਨ? ਸੁਨੀਤਾ ਵਿਲੀਅਮਸ ਇੱਕ ਪੁਲਾੜ ਯਾਤਰੀ ਸਨ। ਪੁਲਾੜ ਯਾਨੀ ਕਿ ਸਪੇਸ, ਯਾਨੀ ਕਿ ਪੁਲਾੜ ਯਾਤਰੀ ਜੋ ਸਪੇਸ ਵਿੱਚ ਜਾਂਦੇ ਹਨ। ਵਿਦਿਆਰਥੀਆਂ ਨੂੰ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੇ ਬਾਰੇ ਦੱਸਣਾ ਹੀ ਇਸ ਪਾਠ ਦਾ ਉਦੇਸ਼ ਹੈ। ਤਾਂ ਆਓ ਦੇਖੀਏ ਕਿ ਸੁਨੀਤਾ ਵਿਲੀਅਮਸ ਕਿਸ ਤਰ੍ਹਾਂ ਦੀ ਲੜਕੀ ਸੀ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਲਿੱਤੀ ਤੇ ਕੀ ਕੀਤਾ। ਤਾਂ ਬੱਚਿਓ, ਤੁਸੀਂ ਇਹ ਤਸਵੀਰ ਵੇਖ ਰਹੇ ਹੋ, ਇਹ ਹੈ ਸੁਨੀਤਾ ਵਿਲੀਅਮਸ ਦੀ। ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਇੱਕ ਅਜਿਹੀ ਲੜਕੀ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੇ ਲੜਕੀਆਂ ਨੂੰ ਇੱਕ ਨਵੀਂ ਸੇਧ ਦਿੱਤੀ। ਸੇਧ ਆਖਦੇ ਨੇ ਦਿਸ਼ਾ ਦਿੱਤੀ। ਉਸਨੇ ਦੱਸ ਦਿੱਤਾ ਕਿ ਜੇ ਲੜਕੀਆਂ ਚਾਹੁਣ ਤਾਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਮੁੰਡੇ ਕਰਦੇ ਹਨ। ਕੀ ਤੁਸੀਂ ਉਸ ਲੜਕੀ ਦਾ ਨਾਂ ਜਾਣਨਾ ਚਾਹੋਗੇ? ਮੈਡਮ ਨੇ 5ਵੀਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਤਾਂ ਸਭ ਬੱਚਿਆਂ ਨੇ ਹਾਂਜੀ ਕਹਿ ਕੇ ਮੈਡਮ ਨੂੰ ਸੁਣਾਉਣ ਲਈ ਕਿਹਾ। ਉਸਦਾ ਨਾਂ ਹੈ ਸੁਨੀਤਾ ਵਿਲੀਅਮਸ, ਜੋ ਇੱਕ ਮਹਾਨ ਪੁਲਾੜ ਯਾਤਰੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ। ਇੱਕ ਲੜਕੀ ਹੋਣ ਦੇ ਨਾਤੇ ਉਸਨੇ ਇੱਕ ਵਾਰ ਨਹੀਂ ਬਲਕਿ ਵਾਰ-ਵਾਰ ਪੁਲਾੜ ਵਿੱਚ ਜਾਣ ਦਾ ਰਿਕਾਰਡ ਬਣਾਇਆ। ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਇੱਕ ਭਾਰਤੀ ਮੂਲ ਦੀ ਲੜਕੀ ਹੈ। ਭਾਰਤੀ ਮੂਲ ਆਖਦੇ ਨੇ ਇੰਡੀਅਨ, ਯਾਨੀ ਕਿ ਉਹ ਭਾਰਤੀ ਸਨ। ਹੁਣ ਜਾਣਦੇ ਹਾਂ ਕਿ ਉਹਨਾਂ ਦਾ ਜਨਮ ਕਿੱਥੇ, ਕਦੋਂ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਦਾ ਬਚਪਨ ਬੀਤਿਆ। ਸੁਨੀਤਾ ਦਾ ਜਨਮ 19 ਸਤੰਬਰ 1965 ਈਸਵੀ ਨੂੰ ਯੂਕਲਿਡ, ਅਮਰੀਕਾ ਵਿਖੇ ਹੋਇਆ। ਇਸ ਦੇ ਪਿਤਾ ਦਾ ਨਾਂ ਡਾਕਟਰ ਦੀਪਕ ਪਾਂਡੇ ਹੈ, ਜੋ ਭਾਰਤ ਦੇ ਗੁਜਰਾਤ ਪ੍ਰਾਂਤ ਦੇ ਸੂਰਤ ਸ਼ਹਿਰ ਦੇ ਰਹਿਣ ਵਾਲੇ ਸਨ। ਸੁਨੀਤਾ ਦਾ ਜਨਮ ਕਦੋਂ ਹੋਇਆ? 19 ਸਤੰਬਰ 1965 ਨੂੰ। ਕਿੱਥੇ ਹੋਇਆ? ਅਮਰੀਕਾ ਦੇ ਯੂਕਲਿਡ ਸ਼ਹਿਰ ਵਿਖੇ। ਉਹਨਾਂ ਦੇ ਪਿਤਾ ਡਾਕਟਰ ਦੀਪਕ ਪਾਂਡੇ, ਜੋ ਗੁਜਰਾਤ ਦੇ ਰਹਿਣ ਵਾਲੇ ਸਨ। MBBS ਕਰਨ ਤੋਂ ਬਾਅਦ ਉਹ ਕੁਝ ਦੇਰ ਸੂਰਤ ਰਹੇ, ਫਿਰ ਅਮਰੀਕਾ ਦੇ ਸ਼ਹਿਰ ਯੂਕਲਿਡ ਵਿਖੇ ਚਲੇ ਗਏ। ਯਾਨੀ ਕਿ ਉਹਨਾਂ ਦੇ ਪਿਤਾ ਜੀ ਕੁਝ ਸਮੇਂ ਭਾਰਤ ਵਿੱਚ ਰਹਿਣ ਤੋਂ ਬਾਅਦ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਹਨਾਂ ਦਾ ਵਿਆਹ ਬੋਨੀ ਉਰਸਾਲੀਨ ਨਾਂ ਦੀ ਕੁੜੀ ਨਾਲ ਹੋ ਗਿਆ। ਉਹਨਾਂ ਦੇ ਘਰ ਇੱਕ ਪੁੱਤਰ ਤੇ 2 ਪੁੱਤਰੀਆਂ ਨੇ ਜਨਮ ਲਿਆ। ਸੁਨੀਤਾ 3 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ। ਸਭ ਤੋਂ ਛੋਟੀ ਹੋਣ ਕਰਕੇ ਉਹ ਸਾਰੇ ਪਰਿਵਾਰ ਦੀ ਲਾਡਲੀ ਧੀ ਸੀ। ਇਸ ਕਰਕੇ ਇਸ ਦੀ ਪੜ੍ਹਾਈ ਲਿਖਾਈ ਉਚੇਰੇ ਢੰਗ ਨਾਲ ਹੋਈ। ਸੁਨੀਤਾ ਹਾਲੇ ਛੋਟੀ ਹੀ ਸੀ ਕਿ ਪਰਿਵਾਰ ਅਮਰੀਕਾ ਦੇ ਸ਼ਹਿਰ ਬੋਸਟਨ ਵਿਖੇ ਆ ਕੇ ਰਹਿਣ ਲੱਗਾ। ਸੁਨੀਤਾ ਦੇ ਮਾਤਾ-ਪਿਤਾ ਸੈਰ ਸਪਾਟਿਆਂ, ਸੰਗੀਤ, ਖੇਡਾਂ ਆਦਿ ਦੇ ਕਾਫੀ ਸ਼ੌਕੀਨ ਸਨ। ਇਸ ਕਰਕੇ ਸੁਨੀਤਾ ਵਿੱਚ ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਰੁਚੀਆਂ ਦਾ ਪਨਪਣਾ ਕੁਦਰਤੀ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਸੰਗੀਤ, ਤੈਰਾਕੀ ਵਿੱਚ ਵੀ ਭਾਗ ਲੈਣ ਲੱਗੀ। ਹਾਲੇ ਉਹ 11 ਸਾਲਾਂ ਦੀ ਹੀ ਸੀ ਜਦੋਂ ਉਸਨੇ ਤੈਰਾਕੀ ਦੇ ਮੁਕਾਬਲੇ ਵਿੱਚ ਭਾਗ ਲਿਆ ਤੇ ਜਿੱਤ ਪ੍ਰਾਪਤ ਕੀਤੀ। ਸੁਨੀਤਾ ਬੋਸਟਨ ਤੋਂ 12ਵੀਂ ਜਮਾਤ ਪਾਸ ਕਰਕੇ ਉਪਰੰਤ ਨੇਵਲ ਅਕੈਡਮੀ ਵਿੱਚ ਦਾਖਲ ਹੋਈ। ਤਾਂ ਬੱਚਿਓ, ਸੁਨੀਤਾ ਦਾ ਜਨਮ 19 ਸਤੰਬਰ 1965 ਵਿੱਚ ਯੂਕਲਿਡ, ਅਮਰੀਕਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਡਾਕਟਰ ਦੀਪਕ ਪਾਂਡੇ ਸੀ, ਜੋ ਭਾਰਤ ਦੇ ਗੁਜਰਾਤ ਪ੍ਰਾਂਤ ਦੇ ਰਹਿਣ ਵਾਲੇ ਸਨ। MBBS ਕਰਨ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਅਮਰੀਕਾ ਦੇ ਯੂਕਲਿਡ ਸ਼ਹਿਰ ਵਿਖੇ ਚਲੇ ਗਏ। ਉਹਨਾਂ ਦੇ ਇੱਕ ਪੁੱਤਰ ਤੇ 2 ਧੀਆਂ ਸਨ। ਸੁਨੀਤਾ ਵਿਲੀਅਮਸ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਕਈ ਰੁਚੀਆਂ ਸਨ। ਸੰਗੀਤ ਦੀ, ਤੈਰਾਕੀ ਆਦਿ ਵਿੱਚ ਉਹ ਭਾਗ ਲੈਂਦੀ ਸੀ। ਤੈਰਾਕੀ ਦੇ ਵਿੱਚ ਉਸਨੇ ਕਈ ਮੁਕਾਬਲੇ ਵੀ ਜਿੱਤੇ ਸਨ।
12ਵੀਂ ਜਮਾਤ ਉਸਨੇ ਬੋਸਟਨ ਤੋਂ ਕੀਤੀ ਤੇ ਉਸ ਤੋਂ ਬਾਅਦ ਉਹ ਨੇਵਲ ਅਕੈਡਮੀ ਵਿੱਚ ਦਾਖਲ ਹੋ ਗਈ। 1987 ਵਿੱਚ ਉਸਨੇ BSc ਕਰਨ ਉਪਰੰਤ ਨੇਵੀ ਵਿੱਚ ਭਰਤੀ ਹੋ ਗਈ। ਇੱਥੇ ਰਹਿੰਦਿਆਂ ਉਸਨੇ ਹੈਲੀਕਾਪਟਰ ਉਡਾਣ ਦੀ ਟ੍ਰੇਨਿੰਗ ਲਈ। ਹੈਲੀਕਾਪਟਰ ਉਡਾਉਣ ਵਿੱਚ ਉਸਦੀ ਇੰਨੀ ਰੁਚੀ ਵੱਧ ਗਈ ਕਿ ਉਸਨੇ ਵੱਖ-ਵੱਖ ਕਿਸਮਾਂ ਦੇ 30 ਹੈਲੀਕਾਪਟਰ ਉਡਾ ਕੇ ਇੱਕ ਨਵਾਂ ਹੀ ਰਿਕਾਰਡ ਕਾਇਮ ਕੀਤਾ। ਤਾਂ ਉਸਨੇ ਕਿੰਨੇ ਉਡਾਏ? ਉਸਨੇ 30 ਹੈਲੀਕਾਪਟਰ ਉਡਾਏ। ਇੱਥੇ ਰਹਿੰਦਿਆਂ ਹੀ ਉਸਦੀ ਮੁਲਾਕਾਤ ਮਿਸ਼ੇਲ ਵਿਲੀਅਮਸ ਨਾਲ ਹੋ ਗਈ ਤੇ ਉਸ ਨਾਲ ਵਿਆਹ ਕਰਵਾ ਕੇ ਸੁਨੀਤਾ ਪਾਂਡੇ ਤੋਂ ਸੁਨੀਤਾ ਵਿਲੀਅਮਸ ਬਣ ਗਈ। 1988 ਵਿੱਚ ਇਹ ਅਮਰੀਕਾ ਦੇ ਪੁਲਾੜ ਕੇਂਦਰ ਨਾਸਾ ਚਲੀ ਗਈ। ਕਦੋਂ ਗਈ? 1988 ਵਿੱਚ। ਕਿੱਥੇ ਗਈ? ਨਾਸਾ। ਉੱਥੇ ਜਾ ਕੇ ਪੁਲਾੜ ਵਿੱਚ ਯਾਤਰੀ ਬਣਨ ਦੀ ਟ੍ਰੇਨਿੰਗ ਲੈਣ ਲੱਗੀ। ਕਿਸ ਚੀਜ਼ ਦੀ ਟ੍ਰੇਨਿੰਗ ਉਸਨੇ ਲਿੱਤੀ? ਪੁਲਾੜ ਦੀ ਯਾਤਰਾ ਦੀ। ਉਹ ਟ੍ਰੇਨਿੰਗ ਲੈਂਦੇ ਹੋਏ ਪੁਲਾੜ ਵਿੱਚ ਜਾ ਕੇ ਕੁਝ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੀ। ਇਸ ਦੀਆਂ ਇਹ ਯੋਜਨਾਵਾਂ ਰੰਗ ਲਿਆਈਆਂ। 2006 ਵਿੱਚ ਇਸ ਨੇ ਡਿਸਕਵਰੀ ਨਾਂ ਦੇ ਪੁਲਾੜੀ ਜਹਾਜ਼ ਵਿੱਚ ਪੁਲਾੜ ਵਿੱਚ ਭੇਜ ਦਿੱਤਾ। ਇਹ ਪੁਲਾੜ ਵਿੱਚ 195 ਦਿਨ ਘੁੰਮਦੀ ਰਹੀ, ਜੋ ਕਿਸੇ ਇਸਤਰੀ ਪੁਲਾੜ ਯਾਤਰੀ ਵਾਸਤੇ ਇੱਕ ਨਵਾਂ ਰਿਕਾਰਡ ਸੀ। 22 ਜੂਨ 2007 ਦੀ ਰਾਤ ਨੂੰ ਇਹ ਧਰਤੀ ਤੇ ਵਾਪਸ ਆਈ। ਭਾਰਤ ਨੇ ਇਸ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਯਾਨੀ ਕਿ ਇਹ ਕਦੋਂ ਭਾਰਤ ਵਾਪਸ ਆਈ? 22 ਜੂਨ 2007 ਨੂੰ। ਤੇ ਕਿਹੜੇ ਜਹਾਜ਼ ਵਿੱਚ ਗਈ? ਡਿਸਕਵਰੀ ਨਾਂ ਦੇ ਜਹਾਜ਼ ਵਿੱਚ 2006 ਵਿੱਚ ਗਈ ਤੇ 22 ਜੂਨ 2007 ਵਿੱਚ 195 ਦਿਨ ਰਹਿਣ ਤੋਂ ਬਾਅਦ ਆਈ। ਸੁਨੀਤਾ ਵਿਲੀਅਮਸ ਨੂੰ ਕਿਹੜਾ ਪੁਰਸਕਾਰ ਦਿੱਤਾ ਗਿਆ? ਸੁਨੀਤਾ ਵਿਲੀਅਮਸ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ। ਕਿੰਨੇ ਦਿਨ ਪੁਲਾੜ ਵਿੱਚ ਰਹੀ? 195 ਦਿਨ। ਕਿਹੜੇ ਜਹਾਜ਼ ਤੇ ਗਈ? ਡਿਸਕਵਰੀ ਤੇ। ਕਦੋਂ ਗਈ? 2006 ਵਿੱਚ। ਵਾਪਸ ਕਦੋਂ ਪਰਤੀ? 22 ਜੂਨ 2007 ਵਿੱਚ। ਸੁਨੀਤਾ ਇਸ ਤੋਂ ਬਾਅਦ ਕਈ ਵਾਰ ਪੁਲਾੜ ਵਿੱਚ ਗਈ। ਹਾਲੇ ਵੀ ਉਸਦਾ ਮਨ ਨਹੀਂ ਭਰਿਆ। ਉਹ ਹਾਲੇ ਵੀ ਪੁਲਾੜ ਵਿੱਚ ਜਾ ਕੇ ਹਰ ਖੋਜਾਂ ਕਰਨਾ ਚਾਹੁੰਦੀ ਹੈ। ਸੁਨੀਤਾ ਤੇ ਭਾਰਤੀਆਂ ਨੂੰ ਮਾਣ ਹੈ। ਭਾਵੇਂ ਉਸਨੇ ਭਾਰਤ ਵਿੱਚ ਜਨਮ ਤਾਂ ਨਹੀਂ ਲਿਆ, ਪਰੰਤੂ ਹੈ ਤਾਂ ਭਾਰਤੀ ਮੂਲ ਦੀ ਲੜਕੀ ਸੀ। ਤਾਂ ਬੱਚਿਓ, ਅਸੀਂ ਵੇਖਿਆ ਕਿ ਲੜਕੀਆਂ ਵੀ ਲੜਕਿਆਂ ਤੋਂ ਘੱਟ ਨਹੀਂ ਹੁੰਦੀਆਂ। ਅਗਰ ਉਹਨਾਂ ਨੂੰ ਸਹੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦੀਆਂ ਹਨ ਤੇ ਬਹੁਤ ਅੱਗੇ ਵੱਧ ਸਕਦੀਆਂ ਹਨ।